ਪਿਆਰੇ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕ ਚੈਨਲ 'ਤੇ। ਮੈਂ ਪ੍ਰੋਫੈਸਰ ਪਿੰਦਰਪਾਲ ਸਿੰਘ। ਦੋਸਤੋ, BCA ਭਾਗ 1 ਦਾ ਅੱਜ ਆਪਾਂ ਅਗਲਾ ਨਿਬੰਧ ਜੋ ਪੜ੍ਹਨ ਜਾ ਰਹੇ ਹਾਂ, ਆਪਣਾ ਅਗਲਾ ਟੌਪਿਕ ਹੈ ਦੋਸਤੀ ਦੀ ਮਹਿਕ। ਇਹ ਸਾਥੀ ਲੁਧਿਆਣਵੀ ਦਾ ਲਿਖਿਆ ਹੋਇਆ ਹੈ ਅਤੇ ਆਪਾਂ ਲੇਖ ਦੇ ਨੂੰ ਵਿਸਥਾਰ ਵਿੱਚ ਬਾਰੇ ਪੜ੍ਹਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਹਾਨੂੰ ਇਹਦੇ ਬਾਰੇ, ਸਾਥੀ ਲੁਧਿਆਣਵੀ ਬਾਰੇ ਥੋੜ੍ਹਾ ਜਿਹੀ ਜਾਣਕਾਰੀ ਦੇ ਦੇਵਾਂ, ਜੀਵਨ ਬਾਰੇ। ਇਹ ਸਾਥੀ ਲੁਧਿਆਣਵੀ ਦਾ ਜਿਹੜਾ ਅਸਲੀ ਨਾਂ ਮੋਹਨ ਸਿੰਘ ਸਾਥੀ ਹੈ ਅਤੇ ਮੋਹਨ ਸਿੰਘ ਸਾਥੀ ਦਾ ਜਿਹੜਾ ਜਨਮ ਹੈ 1941 ਈਸਵੀ ਵਿੱਚ ਪਿੰਡ ਮਾਧੋਪੁਰ, ਜ਼ਿਲ੍ਹਾ ਲੁਧਿਆਣਾ 'ਚ ਸਰਦਾਰ ਪ੍ਰੇਮ ਸਿੰਘ ਦੇ ਘਰ ਹੋਇਆ। ਸਾਥੀ ਨੇ ਮੁੱਢਲੀ ਜਿਹੜੀ ਵਿੱਦਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਸੀ ਅਤੇ ਲੁਧਿਆਣੇ ਤੋਂ ਗਿਆਨੀ ਅਤੇ BA ਕਰਕੇ ਉਹ ਬਰਤਾਨੀਆ ਚਲਾ ਗਿਆ, ਜਿੱਥੇ ਉਸ ਨੇ ਬਰਤਾਨੀਆ ਚਾਰਟਰਡ ਅਕਾਊਂਟੈਂਸੀ ਦਾ ਕੋਰਸ ਕਰਕੇ ਪਹਿਲਾਂ ਕਈ ਥਾਵਾਂ 'ਤੇ ਨੌਕਰੀ ਕੀਤੀ ਅਤੇ ਬਾਅਦ ਵਿੱਚ ਆਪਣਾ ਨਿੱਜੀ ਧੰਦਾ ਸਥਾਪਿਤ ਕੀਤਾ। ਸਾਥੀ ਲੁਧਿਆਣਵੀ ਦੀ ਸਾਹਿਤਕ ਰੁਚੀ ਨੂੰ ਪ੍ਰੀਤ ਲੜੀ ਨੇ ਉਤਸ਼ਾਹਿਤ ਕੀਤਾ। ਗੁਰਬਖਸ਼ ਸਿੰਘ ਪ੍ਰੀਤ ਲੜੀ ਉਸ ਦੇ ਪ੍ਰੇਰਨਾ ਸਰੋਤ ਬਣੇ। 15-16 ਸਾਲ ਦੀ ਉਮਰ ਤੋਂ ਹੀ ਸਾਥੀ ਲੁਧਿਆਣਵੀ ਦੀਆਂ ਰਚਨਾਵਾਂ ਜਿਹੜੀਆਂ ਮਿਆਰੀ ਰਸਾਲਿਆਂ ਵਿੱਚ ਛਪਦੀਆਂ ਆ ਰਹੀਆਂ ਹਨ। ਉਹਨਾਂ ਨੇ ਕਵਿਤਾ ਅਤੇ ਕਹਾਣੀ ਦੇ ਜਿਹੜੇ ਆਪਣਾ ਹੱਥ ਅਜਮਾਇਆ, ਪਰੰਤੂ ਆਪ ਨੂੰ ਪ੍ਰਸਿੱਧ ਨਿਬੰਧ ਰਚਨਾ ਦੇ ਖੇਤਰ ਵਿੱਚ ਹੀ ਪ੍ਰਾਪਤੀ ਹੋਈ ਹੈ। ਮਤਲਬ ਇਹਨਾਂ ਨੂੰ ਜਿਹੜੀ ਪ੍ਰਸਿੱਧੀ ਹੋਈ ਹੈ, ਪ੍ਰਾਪਤ ਹੋਈ ਹੈ, ਉਹ ਨਿਬੰਧ ਰਚਨਾ ਵਿੱਚ ਹੋਈ ਹੈ ਜ਼ਿਆਦਾ। ਹਾਲਾਂਕਿ ਉਹਨਾਂ ਨੇ ਕਵਿਤਾ ਅਤੇ ਕਹਾਣੀ 'ਤੇ ਵੀ ਆਪਣਾ ਹੱਥ ਅਜਮਾਇਆ। ਉਹਨਾਂ ਨੂੰ 1985 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਸਾਹਿਤ ਸ਼੍ਰੋਮਣੀ ਅਵਾਰਡ ਅਤੇ 1988 ਈਸਵੀ ਵਿੱਚ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਸਨਮਾਨ ਮਿਲਿਆ। ਅਤੇ ਇਸ ਤੋਂ ਇਲਾਵਾ ਜੇ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਸਾਥੀ ਲੁਧਿਆਣਵੀ ਦਾ। ਔਰ ਇਹਨਾਂ ਨੇ ਜੋ ਰਚਨਾਵਾਂ ਲਿਖੀਆਂ ਨੇ ਜਾਂ ਇਹਨਾਂ ਨੇ ਜੋ ਕੋਈ ਰਚਨਾ ਪ੍ਰਕਾਸ਼ਿਤ ਕਰਵਾਈ ਹੈ, ਉਹਨਾਂ ਬਾਰੇ ਆਪਾਂ ਗੱਲ ਕਰੀਏ। ਨਿਬੰਧ ਸੰਗ੍ਰਹਿ ਦੇ ਸਮੁੰਦਰ ਪਾਰ 1973, ਅੱਗ ਖਾਣ ਪਿੱਛੋਂ 1975, ਉੱਡਦੀਆਂ ਤਿਤਲੀਆਂ ਮਗਰ 1977, ਫਿਰ ਕਹਾਣੀ ਸੰਗ੍ਰਹਿ ਜਿਹੜੇ ਲਿਖੇ ਇਹਨਾਂ ਨੇ ਮੌਸਮ ਖਰਾਬ ਹੈ 1985, ਅਤੇ ਕਵਿਤਾ ਸੰਗ੍ਰਹਿ ਜਿਹੜਾ ਪ੍ਰੇਮ ਖੇਲਣ ਕਾ ਚਾਓ, ਇਹ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਸਨ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਿਹੜੀ ਲਿਖਿਆ ਹੋਇਆ ਲੇਖ ਦੋਸਤੀ ਦੀ ਮਹਿਕ। ਇਹਦੇ ਵਿੱਚ ਹੀ ਦੱਸਦੇ ਨੇ ਕਿ ਇੱਕ ਅਜੀਬ ਮਤਲਬ ਤਰ੍ਹਾਂ ਦੇ ਲੋਕ ਨੇ, ਮਤਲਬ ਕਹਿਣ ਦਾ ਭਾਵ ਇੱਕ ਵਧੀਆ ਤਰੀਕੇ ਦੀ ਉਹਨਾਂ ਦੀ ਜਿੱਥੇ ਉਹਨਾਂ ਦੇ ਵਿੱਚ ਬੁੱਧੀਜੀਵੀ ਵੀ ਦੱਸਦੇ ਉਹਨਾਂ ਨੂੰ ਬਾਹਰਲੇ ਦੇਸ਼ ਬਾਰੇ ਆਪਣੇ ਇਸ ਨਿਬੰਧ ਵਿੱਚ ਦੱਸਦੇ ਨੇ ਕਿ ਜਿਸ ਜਗ੍ਹਾ 'ਤੇ ਉਹ ਜਾਂਦੇ ਨੇ ਅਤੇ ਕਿਸ ਤਰ੍ਹਾਂ ਲੋਕ ਉਹਨਾਂ ਦਾ ਉੱਥੋਂ ਦਾ ਲੋਕ ਜਿਹੜੇ ਆਪਣੇ ਦੂਜੇ ਸੱਭਿਆਚਾਰਾਂ ਦੇ ਲੋਕਾਂ ਦਾ ਕੀ ਉਹਨਾਂ ਦਾ ਸਨਮਾਨ ਕਰਦੇ ਨੇ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਉਹ ਮਤਲਬ ਵੀ ਆਪਣੇ ਦਿਲ ਦਿਮਾਗ ਵਿੱਚ ਬਿਠਾਉਂਦੇ, ਜਾਂ ਉਹਨਾਂ ਦਾ ਆਓ ਭਗਤ ਕਰਦੇ ਨੇ। ਤਾਂ ਉਹ ਇਸੇ ਚੀਜ਼ ਨੂੰ ਦੱਸਣ ਦੇ ਲਈ ਹੀ ਉਹਨਾਂ ਨੇ ਇਹ ਨਿਬੰਧ ਦੇ ਵਿੱਚ ਆਪਣੇ ਉਸ ਮਤਲਬ ਵੀ ਇੱਕ ਰਚਨਾ ਦੋਸਤੀ ਦੀ ਮਹਿਕ ਲਿਖੀ ਹੈ। ਇਹਦੇ ਵਿੱਚ ਆਪਾਂ ਵਿਸਥਾਰ ਵਿੱਚ ਆਪਾਂ ਪੜ੍ਹਦੇ ਹਾਂ। ਅਤੇ ਇਹਨਾਂ ਦਾ ਇੱਕ ਤਾਂ ਮਕਸਦ ਇਹਨਾਂ ਦਾ ਇਹ ਹੈ ਕਿ ਜਿੱਥੇ ਆਪਾਂ ਨੂੰ ਜੋ ਤੁਹਾਨੂੰ ਮਤਲਬ ਆਪਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਬਾਹਰ ਦੇ ਲੋਕ ਨੇ ਉਹ ਬਹੁਤ ਚੰਗੇ ਨੇ ਔਰ ਉੱਥੇ ਜਾਣਾ ਚਾਹੀਦਾ ਹੈ। ਔਰ ਨਾਲ ਨਾਲ ਜਿੱਥੇ ਉਹ ਉੱਥੋਂ ਦੀਆਂ ਸਮੱਸਿਆਵਾਂ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਕਰਦਾ ਨਾਲ ਨਾਲ ਇਹ ਵੀ ਦੱਸਦਾ ਹੈ ਕਿ ਉਹ ਲੋਕ ਕਿਸ ਤਰ੍ਹਾਂ ਦੇ ਨੇ, ਕੀ ਖਾਣ ਪਾਨ ਹੈ, ਕਿੰਨਾ ਕੁ ਥੋੜ੍ਹਾ ਜਿੰਨਾ ਜ਼ਿਕਰ ਆਉਂਦਾ ਇਹਦੇ ਵਿੱਚ, ਜਾਂ ਵੀ ਉਹ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੈ, ਫਿਰ ਉਹ ਕਿਸ ਜਗ੍ਹਾ 'ਤੇ ਜਾਂਦਾ, ਫਿਰ ਕਿੱਦਾਂ ਉਹਦੀ ਮਤਲਬ ਕਾਰ ਫਸ ਜਾਂਦੀ ਹੈ, ਉਹ ਸਾਰੀ ਡਿਟੇਲ ਵਿੱਚ ਆਪਾਂ ਹੁਣ ਪੜ੍ਹਦੇ ਹਾਂ। ਇਹਦੇ ਵਿੱਚ ਕਿ ਸਾਡੇ ਆਪਣੇ ਪਹਿਲੇ ਪੈਰੇ 'ਚ ਉਹ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਮਿੱਤਰ ਨੂੰ ਡੋਵਰ ਤੋਂ ਪਾਣੀ ਵਾਲੇ ਜਹਾਜ਼, ਡੋਵਰ ਇੱਕ ਸ਼ਹਿਰ ਦਾ ਨਾਂ ਹੈ, ਦੇ ਵਾਲੇ ਜਹਾਜ਼ ਚੜ੍ਹਾ। ਸਮੁੰਦਰ ਕੰਢੇ ਦੇ ਇੱਕ ਨਿੱਕੇ ਜਿਹੇ ਕੈਫੇ ਵਿੱਚ ਅਜੇ ਮੈਂ ਗਰਮ ਕਾਫੀ ਹੀ ਪੀ ਰਿਹਾ ਸੀ। ਕਹਿੰਦੇ ਬਰਫ਼ ਦੇ ਮੋਟੇ ਫੰਬੇ ਵਰਨੇ ਸ਼ੁਰੂ ਹੋ ਗਏ। ਪਹਿਲੀ ਬਰਫ਼ ਤਾਂ ਜ਼ਮੀਨ ਉੱਤੇ ਡਿੱਗਦਿਆਂ ਹੀ ਦਮ ਤੋੜ ਦਿੰਦੀ ਸੀ, ਪਰ ਹੌਲੀ ਹੌਲੀ ਘਾਹ ਦੀਆਂ ਲਾਨਾਂ, ਬੂਟਿਆਂ ਦੇ ਦਰਖਤਾਂ ਦੇ ਪੱਤਿਆਂ, ਸਮੁੰਦਰਾਂ ਕੰਢੇ ਖਲੋਤੀਆਂ ਕਿਸ਼ਤੀਆਂ, ਮਕਾਨਾਂ ਦੀਆਂ ਛੱਤਾਂ ਅਤੇ ਕਿੰਗ ਆਵਾਰਡ ਅਤੇ ਨੈਲਸਨ ਦੇ ਬੁੱਤਾਂ ਉੱਤੇ ਚਟਿਆਈ ਫਿਰਨੀ ਸ਼ੁਰੂ ਹੋ ਗਈ। ਇੱਕ ਘੰਟੇ ਦੇ ਅੰਦਰ ਜ਼ਮੀਨ ਅਸਮਾਨ ਚਿੱਟੇ ਹੀ ਚਿੱਟੇ ਨਜ਼ਰੀ ਆਉਣ ਲੱਗੇ। ਇੱਕ ਦੁਚਿੱਤੀ ਜਿਹੀ ਵਿੱਚ ਫਸ ਗਿਆ ਸਾਂ ਮੈਂ, ਅਤੇ ਤੁਰਾਂ ਜਾਂ ਨਾ ਤੁਰਾਂ, ਜੇ ਨਾ ਤੁਰਿਆ ਤਾਂ ਕਿੰਨਾ ਕੁ ਚਿਰ ਭਲਾ ਇੱਥੇ ਫਸਿਆ ਰਹਾਂਗਾ। ਬਰਫ਼ ਢਲਣ ਵਿੱਚ ਤਾਂ ਹਫ਼ਤੇ ਹੀ ਲੱਗ ਸਕਦੇ ਹਨ ਅਤੇ ਦਿਨ ਵੀ। ਜੇ ਤੁਰਾਂ ਤਾਂ ਸੜਕ ਇੰਨੀ ਬਰਫੀਲੀ ਹੋਵੇਗੀ ਕਿ ਕਾਰ ਤਿਲਕ ਜਾਏਗੀ, ਖੁੱਬ ਜਾਏਗੀ। ਖੌਰੇ ਰਾਹ ਵਿੱਚ ਹੀ ਘਿਰ ਜਾਵਾਂ ਕਿਤੇ। ਜੇਕਰ ਇੱਥੇ ਹੀ ਛੱਡ ਗੱਡੀ ਚੜ੍ਹ ਜਾਵਾਂ ਜਿਹਦੇ ਚੱਲਣ ਦੀ ਕੋਈ ਗਰੰਟੀ ਨਹੀਂ ਸੀ, ਤਾਂ ਕਾਰ ਲੈਣ ਫਿਰ ਕਿਸੇ ਦਿਨ ਆਉਣਾ ਪਵੇਗਾ। ਅਤੇ ਇਹਦੇ ਚੋਰੀ ਹੋ ਜਾਣ ਦਾ ਵੀ ਤਾਂ ਡਰ ਸੀ। ਸੋਚੀ ਪਿਆ ਅਤੇ ਮੈਂ ਟੈਲੀਫੋਨ ਕਿਊਸਿਕ ਵਿੱਚ ਜਾ ਵੜਿਆ। ਮਤਲਬ ਜਿੱਥੇ ਉਹ ਟੈਲੀਫੋਨ ਕਿਊਸਿਕ ਆਪਾਂ ਕਹਿ ਸਕਦੇ, ਜਿੱਥੇ ਜਿਵੇਂ ਆਪਾਂ STD ਬੋਲਦੇ, ਉੱਥੇ ਜਾ ਕੇ ਅੰਦਰ ਉਹ ਫੋਨ ਕੀਤਾ ਜਾਣ ਲਈ ਉਸਨੂੰ ਟੈਲੀਫੋਨ ਕਿਊਸਿਕ ਕਿਹਾ ਜਾਂਦਾ। ਅਤੇ ਨੰਬਰ ਡਾਇਲ ਕੀਤਾ ਅਤੇ ਵਹੁਟੀ ਵੱਲੋਂ ਉੱਤਰ ਮਿਲਿਆ, ਹਾਏ ਜੀ, ਤੁਸੀਂ ਅਜੇ ਡੋਵਰ ਤੋਂ ਹੀ ਬੋਲਦੇ ਪਏ ਹੋ ਬਈ। ਜਿਵੇਂ ਕਿਵੇਂ ਵੀ ਹੋਵੇ ਇੱਥੇ ਅੱਪੜ ਜਾਓ ਛੇਤੀ। ਜਿਵੇਂ ਰਾਤ ਉਤਰਦੀ ਆਉਂਦੀ ਹੈ,
ਦਿਲ ਹੇਠਾਂ ਬੈਠਦਾ ਜਾਂਦਾ ਹੈ। ਆਖਿਰ ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ। ਤਾਂ ਕਹਿੰਦੇ ਕਿ ਉਹ ਘਰਦਿਆਂ ਤੋਂ ਇਹੀ ਵੀ ਇੱਕ ਮੈਸੇਜ ਮਿਲਿਆ ਵੀ ਤੁਸੀਂ ਜਲਦੀ ਪਹੁੰਚੋ, ਇੱਥੇ ਨਾ ਰੁਕੋ। ਫਿਰ ਜਿਵੇਂ ਹੀ ਕਹਿੰਦਾ ਰਾਤਾਂ ਕਾਲੀਆਂ ਨਹੀਂ ਮਾਂ ਦੀਏ ਮੋਮਬੱਤੀਏ, ਗੋਰੀਆਂ ਆਹ ਗੋਰੀਆਂ ਰਤਾ ਬਹਾਰ ਤਾਂ ਵੇਖ ਕੇਰਾਂ। ਗੋਰੀਆਂ ਦਾ ਮਤਲਬ ਹੈ ਕਿ ਉੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਹੈ, ਚਿੱਟੀ ਮਤਲਬ ਬਰਫ਼ ਵੱਧਦੀ ਹੈ। ਅੱਛਾ ਰਹਿਣ ਦਿਓ ਆਪਣੀਆਂ, ਕਹਿੰਦਾ ਚੁਕੰਦਰਾਂ ਨੂੰ ਚੁੱਪ-ਚਾਪ ਕਰ ਸਟਾਰਟ ਕਰੋ ਅਤੇ ਤੁਰ ਪਓ। ਇੰਨੀ ਜ਼ਿਆਦਾ ਬਰਫ਼ ਤਾਂ ਨਹੀਂ ਇਹ ਫਿਰ ਵੀ। ਰਿਸੀਵਰ ਰੱਖਿਆ ਕਿਓਸਕ ਦੀਆਂ ਸ਼ੀਸ਼ਿਆਂ ਉੱਤੇ ਜੰਮੀ ਬਰਫ਼ ਨੂੰ ਤੱਕ ਕੇ ਮੈਨੂੰ ਕੱਲੇ ਦੀ ਵੇਖੀ ਫਿਲਮ ਡਾਕਟਰ ਜੀਵਾਗੋ ਡਾਕਟਰ ਜਵਾਗੋ ਵਿਚਲੇ ਬਰਫ਼ ਦੇ ਸੀਨ ਯਾਦ ਆਏ ਅਤੇ ਇਹ ਕਾਂਬਾ ਜਿਹਾ ਛਿੜ ਪਿਆ। ਘਰ ਯਾਦ ਆਇਆ, ਨਿੱਘੀ ਰਜਾਈ ਅਤੇ ਦਗ ਦਗ ਕਰਦੇ ਕੋਲਿਆਂ ਦੀ ਅੰਗੀਠੀ ਅਤੇ ਵਹੁਟੀ ਯਾਦ ਆਈ ਅਤੇ ਯਾਕੂ ਆ ਕੇ ਮੈਂ ਕਾਰ ਦਾ ਐਗਨੀਸ਼ਨਸ ਆਨ ਕੀਤਾ। ਰਤਾ ਕੋ ਤਿੱਤ ਫਿੜ ਪਿੰਡ ਪਿੱਛੋਂ ਗੱਡੀ ਫੜਾਟੇ ਮਾਰਨ ਲੱਗੀ। ਵਿੰਡ ਸਕਰੀਨ ਉੱਤੇ ਜੰਮੀ ਬਰਫ਼ ਉੱਤੇ ਵਾਈਪਰ ਅਟਕ ਅਟਕ ਕੇ ਚੱਲ ਰਹੇ ਸਨ। ਬਰਫ਼ ਨੂੰ ਬੜੀ ਬੇਦਿਆਲੀ ਨਾਲ ਮਿੱਧਦੀ ਹੋਈ ਕਾਰ ਡੱਕਡੋਲੇ ਖਾਂਦੀ ਅੱਗੇ ਤੁਰ ਰਹੀ ਸੀ। ਆਮ ਦਿਨਾਂ ਨਾਲੋਂ 1/4 ਟ੍ਰੈਫਿਕ ਵੀ ਸੜਕਾਂ ਉੱਤੇ ਨਹੀਂ ਸੀ ਅਤੇ ਅਨੇਕਾਂ ਕਾਰਾਂ, ਟਰੱਕ ਅਤੇ ਕੋਚਾਂ ਸੜਕਾਂ ਦੀਆਂ ਏਲੀਆਂ ਉੱਤੇ ਖੜੋਤੇ ਸਨ ਅਤੇ ਉਨੇ ਦੇ ਮੁਸਾਫਰ ਬੇਬਸ ਅਤੇ ਨਿਮੂੰਝਣੇ ਜਿਹੇ ਦਿਸ ਰਹੇ ਸਨ। ਕਾਰ ਰੇਡੀਓ ਦਾ ਸਵਿੱਚ ਆਨ ਕੀਤਾ ਤਾਂ ਅਨਾਉਂਸਰ ਕਹਿ ਰਿਹਾ ਸੀ, ਸੜਕਾਂ ਬਰਫ਼ ਨਾਲ ਇੰਨੀਆਂ ਕੱਜੀਆਂ ਹੋਈਆਂ ਨੇ ਕਿ ਮੋਟਰਿਸਟਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਅਚਨਚੇਤ ਮੇਰੇ ਮੂੰਹੋਂ ਨਿਕਲਿਆ, ਟੂ ਲੇਟ ਮੀਆਂ, ਹੁਣ ਤਾਂ ਘਰੋਂ ਵੀ ਬਾਹਰ ਹਾਂ ਅਤੇ ਡੋਵਰ ਸ਼ਹਿਰ ਤੋਂ ਵੀ। ਨਾ ਇੱਧਰ ਕੇ ਹੈ ਨਾ ਉੱਧਰ ਦੇ ਹਾਂ। ਤਾਂ ਕਹਿੰਦਾ ਵਾ ਵੀ ਇਹਨਾਂ ਨੇ ਉਹ ਇਹ ਦੱਸਦੇ ਨੇ ਕਿ ਉੱਥੇ ਜਿਹੜੀ ਸਮੱਸਿਆ ਸਭ ਤੋਂ ਵੱਡੀ ਹੈ ਉਸ ਇਲਾਕੇ ਦੇ ਜਿੱਥੇ ਇਹ ਰਹਿੰਦੇ ਸੀਗੇ, ਉੱਥੇ ਜਿਹੜੀ ਬਰਫ਼ ਦਾ ਜਿਹੜਾ ਮੌਸਮ ਹੈ, ਬਰਫ਼ ਵੈਸੇ ਵੀ ਦੱਸਦੇ ਨੇ ਕਿ ਬਾਹਰ ਜਿਹੜੇ ਵੈਸਟ ਕੰਟਰੀਜ਼ ਨੇ ਉੱਥੇ ਜ਼ਿਆਦਾ ਪੈਂਦੀ ਹੈ ਅਤੇ ਉਹ ਬਰਫ਼ ਜਿਹੜੇ ਮਤਲਬ ਜੋਗਰਾਫੀਕਲ ਤੋਂ ਇਹ ਉੱਥੇ ਰੂਬਰੂ ਕਰਾਉਂਦਾ ਕਿ ਕਿੰਨੀ ਸਮੱਸਿਆ ਬਰਫ਼ ਦੀ ਹੈ। ਬਰਫ਼ ਦਾ ਉੱਥੇ ਡਰ ਰਹਿੰਦਾ ਤਾਂ ਜੋ ਕਿ ਹਮੇਸ਼ਾ ਉਹ ਰਾਤ ਹੋਣ ਤੋਂ ਪਹਿਲਾਂ ਇੱਕ ਸਹੀ ਸਮੇਂ ਤੋਂ ਪਹਿਲਾਂ ਆਪਣੇ ਘਰ ਵਿੱਚ ਪਹੁੰਚਣ ਦੀ ਲਈ ਉਹ ਆਪਣੀ ਜੱਦੋਜਹਿਦ ਕਰਦੇ ਨੇ। ਅਤੇ ਬਹੁਤੇ ਜਿਹੜੇ ਮਤਲਬ ਵੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਜਿਹੜੀ ਬਰਫ਼ ਦੇ ਕਾਰਨ ਜਿਹੜੀ ਅਗਰ ਸਹੀ ਉਹ ਹਾਲਾਤ ਨਾ ਹੋਣ ਤਾਂ ਬਹੁਤੇ ਬੰਦੇ ਵਿੱਚ ਰਹਿ ਵੀ ਜਾਂਦੇ ਨੇ, ਦਬ ਵੀ ਜਾਂਦੇ ਨੇ। ਨੱਕ ਨੂੰ ਇੱਕ ਅਜੀਬ ਜਿਹੀ ਗੰਧ ਚੜ੍ਹੀ। ਕਹਿੰਦੇ ਵੀ ਅੱਗੇ ਬੋਟਨ ਵੱਲ ਧਿਆਨ ਮਾਰਿਆ, ਇੰਜਨ 'ਚੋਂ ਧੂੰਆਂ ਨਿਕਲ ਰਿਹਾ ਸੀ। ਤਾਂ ਉਦੋਂ ਤੱਕ ਕਾਰ ਵੀ ਇੱਕ ਹਿਚਕੀ ਜਿਹੀ ਭਰ ਕੇ ਕਹਿੰਦਾ ਬੰਦ ਹੋ ਚੁੱਕੀ ਸੀ। ਖਿੜਕੀਓਂ ਬਾਹਰ ਪੈਰ ਧਰਿਆ ਤਾਂ ਮੈਂ ਗੋਡਿਆਂ ਤੱਕ ਬਰਛ ਧੱਸ ਗਿਆ ਸਾਂ। ਬੁਣ ਚੁੱਕਿਆ ਦੇਖਿਆ ਤਾਂ ਫੈਨਵੇਲ ਟੁੱਟ ਚੁੱਕੀ ਸੀ। ਜਿਹੜੀ ਮਤਲਬ ਫੈਨਵੇਲ ਟੁੱਟ ਚੁੱਕੀ ਸੀ। ਫਿਰ ਮੇਰੇ ਕੋਲ ਹੈ ਨਹੀਂ ਸੀ, ਹੋਰ ਕੋਈ ਹੈ ਨਹੀਂ ਸੀ। ਕਹਿੰਦੇ ਚਾਰੇ ਪਾਸੇ ਨਜ਼ਰ ਆਈ ਤੇ ਕਿਤੇ ਕੋਈ ਗੈਰੇਜ ਨਜ਼ਰ ਨਹੀਂ ਆਇਆ ਸੀ। ਹਾਂ, ਮੀਲ ਕੁ ਦੇ ਵਿੱਚ ਉੱਤੇ ਕਹਿੰਦਾ ਇੱਕ ਨਿੱਕਾ ਜਿਹਾ ਪਿੰਡ ਕੋਈ ਨਜ਼ਰ ਆ ਰਿਹਾ ਸੀ। ਕਾਰ ਨੂੰ ਜਿੰਦਰਾ ਲਾ ਕੇ ਕਿਸੇ ਦੀ ਮਦਦ ਦੀ ਆਸ 'ਚ ਉਹ ਪਿੰਡ ਵੱਲ ਤੁਰਿਆ। ਤਾਂ ਮਤਲਬ ਵੀ ਚਾਰੇ ਪਾਸੇ ਉਹਨੂੰ ਕੋਈ ਹੋਰ ਨਹੀਂ ਦਿਖਿਆ। ਪਿੰਡ ਜਿਹੜਾ ਦਿਖਾਈ ਦਿੱਤਾ ਉਧਰ ਵੱਲ ਵੱਧਦੇ ਨੇ। ਫਿਰ ਉਹ ਪਿੰਡ ਵੱਲ ਜਦੋਂ ਜਾਂਦੇ ਨੇ, ਆਪਣੇ ਆਪ ਨੂੰ ਬਰਫ਼ ਵਿੱਚ ਘਸੀਟਦੇ, ਬਰਫ਼ ਦੇ ਅੱਗੇ ਅੱਗੇ ਫੰਮਿਆਂ ਉੱਡਦੇ ਜਾਂਦੇ ਨੇ ਅਤੇ ਉਹਨਾਂ ਨੂੰ ਹਟਾਉਂਦਾ ਹੋਇਆ ਆਪਣੇ ਇੱਕ ਮਿੱਤਰ ਦੀ ਭਾਰ ਤੋਂ ਆਈ ਚਿੱਠੀ ਯਾਦ ਆਈ। ਬਈ ਅੱਜ ਕੱਲ੍ਹ ਵਲਾਇਤ 'ਚ ਬਰਫ਼ ਤਾਂ ਬੜੀ ਪੈਂਦੀ ਹੋਵੇਗੀ। ਦੁੱਧ ਚਿੱਟੇ ਚੁੰਗਿਰਦੇ ਨੂੰ ਤੱਕ ਕੇ ਕਵਿਤਾ ਤਾਂ ਬੜੀ ਫਿਰਦੀ ਹੋਵੇਗੀ। ਬਰਫ਼ ਦਾ ਖਿਆਲ ਆਉਂਦਿਆਂ ਹੀ ਕਵਿਤਾ ਦੀ ਥਾਂ ਇਹ ਕੰਬਣੀ ਜਿਹੀ ਛਿੜੀ ਤੇ ਵਰਡਸਵਰਥ, ਕੀਟਸ, ਸ਼ੇਕਸਪੀਅਰ ਤੇ ਬਾਇਰਨ ਦੀ ਬਹਾਦਰੀ ਦੀ ਦਾਦ ਦਿਲੋਂ ਨਿਕਲਣੀ, ਜਿਨ੍ਹਾਂ ਨੂੰ ਅਜਿਹੀ ਬਰਫ਼ ਤੱਕ ਕੇ ਵੀ ਕਵਿਤਾ ਫੁਰ ਪੈਂਦੀ ਸੀ। ਕੋਟ ਉਹ ਦੱਸਦਾ ਕਿ ਜਿਹੜੀ ਡਿੱਗਦੀ ਹੋਈ ਬਰਫ਼ ਨੂੰ ਦੇਖ ਕੇ ਜਿਹੜੇ ਮਤਲਬ ਅੰਤਰਰਾਸ਼ਟਰੀ ਪ੍ਰਸਿੱਧ ਜਿਹੜੇ ਆਪਣੇ ਲੇਖਕ ਨੇ, ਲਿਖਾਰੀ ਨੇ, ਜਿਵੇਂ ਸ਼ੈਲੇ ਹੋ ਗਏ, ਵਾਰਡਸਵਰਥ ਹੋ ਗਏ, ਕੀਟਸ ਹੋ ਗਏ, ਸ਼ੈਕਸਪੀਅਰ ਦੇ, ਬਾਇਰਨ ਦੇ, ਇਹ ਜਿਹੜੇ ਬੰਦੇ ਇਸ ਤਰ੍ਹਾਂ ਦੇ ਰਾਈਟਰ ਸਨ ਜਿਨ੍ਹਾਂ ਨੂੰ ਕਹਿੰਦੇ ਡਿੱਗਦੀ ਬਰਫ਼ ਨੂੰ ਦੇਖ ਕੇ ਬੜੀ ਵਧੀਆ ਕਵਿਤਾ ਫੁਰਦੀ ਸੀ। ਇਸ ਤਰੀਕੇ ਨਾਲ ਕੋਟ ਦੇ ਕਾਲਰ ਨਾਲ ਕੰਨ ਪੱਟਿਆਂ ਢੱਕਦਿਆਂ ਮੈਨੂੰ ਕਹਿੰਦਾ ਉਹ ਪਿੰਡ ਵਿੱਚ ਜਾ ਵੜਿਆ ਮੈਂ ਜਦੋਂ, ਤਾਂ ਉੱਥੇ ਜਦੋਂ ਦੇਖਿਆ ਕੋਈ ਬੰਦਾ ਨਜ਼ਰ ਹੀ ਨਹੀਂ ਆ ਰਿਹਾ ਸੀ। ਕੋਈ ਗੈਰੇਜ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਕੇਵਲ ਇੱਕਾ ਦੁੱਕਾ ਜਿਹੜੀਆਂ ਟਰੱਕ ਜਾਂ ਟਰੈਕਟਰ ਅਤੇ ਟਰਾਲੀਆਂ ਘਰਾਂ ਦੇ ਵਿਹੜਿਆਂ ਦੇ ਹਵੇਲੀਆਂ ਵਿੱਚ ਬਰਫ਼ ਦੇ ਨਾਲ ਢੱਕ ਕੇ ਖੜੋਤੇ ਸਨ। ਮੈਨੂੰ ਦੇਖ ਕੇ ਇੱਕ ਵੱਡਾ ਵਿਹੜੇ ਵਿੱਚੋਂ ਜਿਹਦੇ ਚੌਹੀਂ ਪਾਸੇ ਕੰਡਿਆਂ ਵਾਲੀਆਂ ਤਾਰਾਂ ਦੀ ਵਾੜ ਕਹਿੰਦੇ ਕੀਤੀ ਹੋਈ ਸੀ ਅਤੇ ਕੁਝ ਭੇਡਾਂ ਨੇ ਆਪਣੇ ਬਰਫ਼ ਕੱਜੇ ਪਿੰਡਿਆਂ ਨੂੰ ਛਿਣਕਿਆ ਅਤੇ ਬੈਂ ਬੈਂ ਕਰਨਾ ਸ਼ੁਰੂ ਕਰ ਦਿੱਤਾ। ਲਾਗਲੀ ਝੁੱਗੀ 'ਚੋਂ ਇੱਕ ਸ਼ੇਰ ਕੱਦ ਪੂਸਲਾ ਜਿਹਾ ਐਲਸੈਸ਼ਨ ਕੁੱਤਾ ਨਿਕਲਿਆ। ਗਰਜਵੀਂ ਆਵਾਜ਼ ਵਿੱਚ ਉਸ 2 ਵਾਰ ਭੌਂ ਭੌਂ ਕੀਤਾ। ਭੇਡਾਂ ਜਿਵੇਂ ਸੀਤ ਪੀ ਗਈਆਂ। ਮੇਰੀ ਜਿਵੇਂ ਜਾਨ ਨਿਕਲ ਗਈ। ਲਾਗਲੇ ਰੁੱਖਾਂ ਤੋਂ ਕੁਝ ਪੰਛੀ ਫੁਰਰ ਕਰਕੇ ਅਸਮਾਨ ਵੱਲ ਉੱਡ ਗਏ ਅਤੇ ਟਾਹਣੀਆਂ ਦੀ ਜਿਹੜੀ ਹਲਚਲ ਨਾਲ ਉਹ ਉਹਨਾਂ ਵਿੱਚ ਅਟਕੀ ਬਰਫ਼ ਵਿੱਚ ਆ ਰਲੀ। ਕੱਕ ਕਾਨਿਆਂ ਦੇ ਢੇਰ 'ਚੋਂ ਇੱਕ ਡੱਬ ਖੜੱਬੀ ਬਿੱਲੀ ਨਿਕਲੀ ਅਤੇ ਇੱਕੋ ਛਾਲ ਨਾਲ ਇੱਕ ਹੋਰ ਢੇਰ ਵਿੱਚ ਜਾ ਘੁਸੀ। ਨਾਲ ਦੇ ਤਬੇਲੇ 'ਚੋਂ ਇੱਕ ਘੋੜਾ ਹਿਣਕਿਆ ਜਿਵੇਂ ਕੁੱਤੇ ਨੂੰ ਵੰਗਾਰ ਸੁੱਟ ਰਿਹਾ ਹੋਵੇ। ਇੱਕ ਘਰ ਦੇ ਜਾਲੀਦਾਰ ਪਰਦੇ ਪਿੱਛੋਂ ਇੱਕ ਬੁੱਢੀ ਔਰਤ ਦਾ ਚਿਹਰਾ ਮੇਰੇ ਵੱਲ ਝਾਕਦਿਆਂ ਅਤੇ ਅਲੋਪ ਹੋ ਗਿਆ। ਸ਼ਾਮ ਦੇ
ਖੁਸਮੁਸੇ ਵਿੱਚ ਕੱਲਾ ਕਾਰਾ ਕਹਿੰਦੇ ਮੈਂ ਘੁੰਮਦਿਆਂ ਮੈਨੂੰ ਲੱਗਾ ਜਿਵੇਂ ਧਰਤ ਲੋਕ ਤੋਂ ਦੂਰ ਮੈਂ ਕਿਸੇ ਉੱਪਰੀ ਧਰਤੀ ਦਿਆਂ ਖੰਡਰਾਂ 'ਚ ਘੁੰਮ ਰਿਹਾ ਹੋਵਾਂ। ਮੈਨੂੰ ਆਪਣੇ ਆਪ ਉੱਤੇ ਤਰਸ ਆ ਰਿਹਾ ਹੈ। ਪਰ ਕਹਿੰਦੇ ਫਿਰ ਉਸ ਤੋਂ ਬਾਅਦ ਕੀ ਦੇਖਦੇ ਨੇ ਕਿ ਇਹ ਉਸ ਦੇ ਜਿਸ ਤਰ੍ਹਾਂ ਇੱਥੋਂ ਦਾ ਇਹ ਵਰਣਨ ਕਰਦੇ, ਚੌਗਿਰਦੇ ਦਾ ਵਰਣਨ ਕਰਦੇ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਪਸ਼ੂ ਪੰਛੀਆਂ ਦੀ ਦੱਸਦੇ ਨੇ ਕਿ ਭੇਡਾਂ ਬਾਰੇ, ਕੁੱਤਿਆਂ ਬਾਰੇ, ਜਾਂ ਦੱਸਦੇ ਨੇ ਕਿੱਦਾਂ ਕਿਵੇਂ ਆ। ਇਸ ਤੋਂ ਬਾਅਦ ਉਹ ਅੱਗੇ ਗੱਲ ਕਰਦੇ ਨੇ ਕਿ ਜਦੋਂ ਮੈਂ ਦੇਖਿਆ ਫਿਰ ਘਰਾਂ ਦੀਆਂ ਬੱਤੀਆਂ ਜਗ ਪਈਆਂ ਸਨ ਅਤੇ ਉਹਨਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਚਾਂਦੀਆਂ ਸਲੇਟੀ ਧੂੰਆਂ ਵਾਯੂ ਮੰਡਲ ਦੇ ਰੰਗ ਨਾਲ ਇੱਕ-ਮਿੱਕ ਹੋ ਕੇ ਬੇਪਛਾਣ ਹੁੰਦਾ ਜਾ ਰਿਹਾ ਸੀ। ਪਿੰਡ ਦੀਆਂ ਗਲੀਆਂ 'ਚ ਤੁਰਦਿਆਂ ਜਾਲੀਦਾਰ ਪਰਦਿਆਂ ਵਾਲੇ ਡਰਾਇੰਗ ਰੂਮਾਂ ਵਿੱਚ ਟੈਲੀਵਿਜ਼ਨ ਦੇ ਪਰਦਿਆਂ ਦਾ ਝੋਲਾ ਪੈਂਦਾ ਸੀ। ਟੌਮ ਜੋਨਸ ਗਾ ਰਿਹਾ ਸੀ ਅਤੇ ਦੀ ਓਲਡ ਹੋਮ ਟਾਊਨ ਲੁਕਡ ਦਾ ਸੇਮ ਵੈਨ ਆਈ ਸਟੈਪਡ ਡਰਾਊਨ ਫਰੋਮ ਦਾ ਟ੍ਰੇਨ। ਮੈਨੂੰ ਅਹਿਸਾਸ ਹੋਇਆ ਮੈਂ ਆਧੁਨਿਕ ਸਭਿਅਤਾ ਦੇ 20ਵੀਂ ਸਦੀ ਦੀ ਤੀਜੀ ਚੌਕੜੀ ਵਿੱਚ ਘੁੰਮ ਰਿਹਾ ਸਾਂ। ਥੋੜ੍ਹਾ ਹੋਰ ਅੱਗੇ ਗਿਆ ਤਾਂ ਪਿੰਡ ਦਾ ਇੱਕੋ ਇੱਕ ਜਿਹੜਾ ਇੱਕ ਪੱਬ ਸੀ ਕਹਿੰਦਾ ਉਹ ਮੇਰੀ ਨਜ਼ਰੀ ਪਿਆ। ਉਹਦੀਆਂ ਪੀਲੀਆਂ ਬੱਤੀਆਂ ਦੀ ਰੋਸ਼ਨੀ ਬਰਫ਼ ਕੱਜੇ ਸ਼ੀਸ਼ਿਆਂ ਤੋਂ ਛਣ ਕੇ ਬਾਹਰ ਨਿਕਲ ਰਹੀ ਸੀ ਅਤੇ ਉਹਦੇ ਮੱਥੇ ਉੱਤੇ ਉਹਦਾ ਨਾਂ ਲਿਖਿਆ ਹੋਇਆ ਸੀ ਸੀ ਫੇਅਰੀ, ਮਤਲਬ ਸਮੁੰਦਰੀ ਪਰੀ, ਅਤੇ ਨਾਲ ਇੱਕ ਗਰਦਨ ਅਕੜਾਈ ਖੜੋਤੇ ਮੁਰਗੇ ਦੀ ਤਸਵੀਰ ਸੀ ਜਿਸ ਹੇਠਾਂ ਉਸ ਬ੍ਰਾਂਡ ਦੀ ਬੀਅਰ ਬਾਰੇ ਲਿਖਿਆ ਹੋਇਆ ਸੀ, ਟੇਕ ਕਰੇਜ਼ ਜਾਨ ਕਰੇਜ਼। ਮੈਂ ਦੂਰ ਤੱਕ ਖੇਤਾਂ ਵੱਲ ਤੱਕਿਆ। ਬਰਫ਼ ਦੀ ਬਰਫ਼ ਸੀ ਅਤੇ ਹੋਰ ਪੈ ਰਹੀ ਸੀ। ਖੇਤਾਂ ਤੋਂ ਪਾਰ ਸਮੁੰਦਰ ਵੀ ਬਰਫ਼ ਵਰਗਾ ਚਿੱਟਾ ਲੱਗ ਰਿਹਾ ਸੀ। ਦੂਰ ਦਰਾਡੇ ਤਰਦੇ ਜਹਾਜ਼ਾਂ ਦੀਆਂ ਕੇਵਲ ਰੰਗ ਬਰੰਗੀਆਂ ਬੱਤੀਆਂ ਹੀ ਨਜ਼ਰੀ ਪੈ ਰਹੀਆਂ ਸਨ ਅਤੇ ਇੰਝ ਲੱਗਦੇ ਸਨ ਕਿ ਜਿਵੇਂ ਭੂਤ ਚੁੜੇਲਾਂ ਦੇ ਕਾਫਲੇ ਆਧੁਨਿਕ ਸਭਿਅਤਾ ਤੋਂ ਡਰਦੇ ਮਾਰੇ ਨੱਸੇ ਜਾ ਰਹੇ ਹੋਣ। ਪੱਬ ਦੇ ਡੋਰਮੈਟ ਉੱਤੇ ਬਰਫ਼ ਨਾਲ ਲਿਬੜੇ ਬੂਟ ਪੂੰਝ ਕੇ ਬੂਹਾ ਖੋਲ੍ਹ ਜਦੋਂ ਮੈਂ ਕਮਰੇ ਦੇ ਲਾਲ ਸੂਹੀ ਦਰੀ ਉੱਤੇ ਪੈਰ ਧਰਿਆ ਤਾਂ ਬੂਹੇ ਦੀ ਚੀਕ ਤੇ ਬਰਫ਼ ਦੇ ਬੁੱਲੇ ਦੇ ਅਹਿਸਾਸ ਨੇ ਸਭ ਲੋਕਾਂ ਦਾ ਧਿਆਨ ਮੇਰੇ ਵੱਲ ਪ੍ਰੇਰਿਆ। ਜਵਾਨ ਮੁੰਡੇ ਕੁੜੀਆਂ ਦਾ ਨਾਚ ਥੰਮ ਗਿਆ। ਬੁੱਢੇ ਬੁੱਢੀਆਂ ਦੇ ਬੀਅਰ ਦੇ ਗਲਾਸ ਬੁੱਲ੍ਹਾਂ ਤੱਕ ਜਾਂਦੇ ਅਟਕ ਗਏ। ਡਾਰਟ ਖੇਡਦੇ ਇੱਕ ਗੱਭਰੂ ਦੀ ਡਾਰਟ ਬੋਰਡ ਦੀ ਥਾਂ ਬੋਰਡ ਤੋਂ ਉਤਾਂਹ ਟੰਗੇ ਮਲਕਾ ਵਿਕਟੋਰੀਆ ਦੇ ਪੋਰਟਰੇਟ ਦੇ ਮੱਥੇ ਵਿੱਚ ਜਾ ਲੱਗੀ। ਡਾਰਟਿਕ ਉਹ ਕੋਈ ਖੇਡ ਖੇਡਦੇ ਆ ਜਿਹੜੀ ਉੱਥੋਂ ਦੀ ਉਹ ਖੇਡ ਬਾਰੇ ਗੱਲ ਕਰਦੇ ਨੇ। ਫਿਰ ਬਿਲੀਅਰਡਸ ਖੇਡਦੀ ਕੁੜੀ ਦੀ ਸੋਟੀ ਗੋਲੇ ਨਾਲ ਨਿਸ਼ਾਨਾ ਬਣਦੀ ਅਟਕ ਗਈ। ਪੈਮਾਨੇ ਭਰ ਦੀ ਕੁੜੀ ਦਾ ਛਣਕਦਾ ਸੁਨਹਿਰੀ ਕੰਗਣਾ ਵਾਲਾ ਹੱਥ ਬਲੈਕ ਐਂਡ ਵਾਈਟ ਵਿਸਕੀ ਦੀ ਬੋਤਲ ਦੇ ਬੀੜੇ ਨੂੰ ਖੋਲ੍ਹਣ ਦੀ ਥਾਂ ਹੋਰ ਪੀਚਣ ਲੱਗ ਪਿਆ। ਪੱਬ ਦਾ ਗਮਨਾ ਗਵਰਨਰ ਭਾਪ ਮਾਲਕ ਨੱਕੋ ਨੱਕ ਭਰੇ ਡਰਾਟ ਗਿਊਨਸ ਦੇ ਜੱਗ ਨੂੰ ਬੇਧਿਆਨੇ ਜਿਹੇ ਹੋਰ ਭਰਨ ਲੱਗ ਪਿਆ। ਜਿਉਂਕ ਬਾਕਸ ਦਾ ਰਿਕਾਰਡ ਮੁੱਕਿਆ ਤੇ ਆਪਣੀ ਥਾਂ ਜਾ ਟਿਕਿਆ, ਪਰੰਤੂ ਕੰਧ ਉੱਤੇ ਟੰਗੇ ਵੱਡੇ ਕਲਾਕ ਦਾ ਪੈਂਡਲੂਮ ਉਸੇ ਰਫ਼ਤਾਰ ਨਾਲ ਪੁੱਠਾ ਲਟਕਦਾ ਹੋਇਆ ਹਿੱਲਦਾ ਰਿਹਾ ਤੇ ਆਪਣੀ ਟਿਕ ਟਿਕ ਨਾਲ ਸਮੇਂ ਦੇ ਜਿਉਂਦਿਆਂ ਹੋਣ ਦਾ ਚੇਤਾ ਕਰਵਾਉਂਦਾ ਰਿਹਾ। ਕੁਝ ਖਿਣ ਜਿਵੇਂ ਕਹਿੰਦੇ ਵੀ ਇੱਕ ਅਜੀਬ ਕਿਸਮ ਦੀ ਮੁਰਦਾਹਾਣੀ ਛਾ ਗਈ। ਫਿਰ ਮੈਂ ਇੱਕਦਮ ਜਿਵੇਂ ਉਹ ਸਾਰੇ ਆਪਣੀ ਹੋਣ ਦਾ ਅਹਿਸਾਸ ਕਰ ਗਏ, ਮੁੜ ਆਪਣੇ ਕੰਮੀ ਰੁੱਝ ਗਏ। ਹਵਾ ਦੇ ਬਰਫ਼ ਉੱਤੇ ਬੁੱਲੇ ਨਾਲ ਸਿਗਰਟਾਂ ਦਾ ਧੂੰਆਂ ਜਿਹੜਾ ਸੁੰਗੜ ਕੇ ਪਰਲੇ ਕੋਨੇ ਵਿੱਚ ਲੁਕਣ ਲਈ ਨੱਸ ਪਿਆ ਸੀ, ਮੁੜ ਫਿਰ ਪਰਤ ਆਇਆ ਅਤੇ ਸਿਰਾਂ ਉੱਤੇ ਮੰਡਰਾਉਣ ਲੱਗਾ। ਮੇਰੇ ਵੀ ਸਾਹ 'ਚ ਸਾਹ ਆਇਆ। ਬਿਲੀਅਰਡ ਖੇਡਦੀ ਕੁੜੀ ਨੇ ਮੁੜ ਮੇਰੇ ਵੱਲ ਤੱਕਿਆ, ਇੱਕ ਜੀ ਆਇਆਂ ਵਰਗੀ ਮੁਸਕਾਨ ਦਿੱਤੀ, ਖੱਬੀ ਅੱਖ ਰਤਾ ਕੁ ਦਬਾਈ ਤੇ ਆਪਣੇ ਨਿੱਕੇ ਜਿਹੇ ਕਾਲੇ ਪਰਸ 'ਚੋਂ ਇੱਕ 6 ਪੈਨੀ ਦਾ ਸਿੱਕਾ ਕੱਢਿਆ ਤੇ ਜਿਊਂਕ ਬਾਕਸ ਦੀ ਵੱਖੀ ਵਿੱਚ ਪਾ ਦਿੱਤਾ। ਫਿਰ ਉਸ ਆਪਣੀਆਂ ਫੜੀਆਂ ਵਰਗੀਆਂ ਉਂਗਲਾਂ ਨਾਲ ਇੱਕ ਹਰਾ ਬਟਨ ਦੱਬਿਆ। ਐਗਲਬਰਟ ਹਬਰਡਿੰਗ ਦਾ ਨਵਾਂ ਗਾਣਾ ਵੱਜਣ ਲੱਗਿਆ, ਲੋਨਲੀ ਟੇਬਲ ਜਸਟ ਫਾਰ ਵਨ। ਮੈਂ ਚੌਹੀਂ ਪਾਸਿਓਂ ਦੇਖਿਆ। ਸਭ ਟੇਬਲ ਰੁਕੇ ਹੋਏ ਸਨ, ਕੇਵਲ ਇੱਕ ਕੋਨੇ ਵਿੱਚ ਇੱਕ ਮੇਜ਼ ਕੁਰਸੀ ਖਾਲੀ ਪਏ ਸਨ। ਮੈਂ ਉਸ ਕੁੜੀ ਵੱਲ ਤੱਕਿਆ। ਉਹਦੀ ਮੁਸਕਾਨ ਤੇ ਉਹਦੀ ਦੱਬੀ ਅੱਖ ਉਹਨੂੰ ਮੈਂ ਮੋੜ ਦਿੱਤੀ ਤੇ ਸਿਰ ਦੇ ਹਲਕੇ ਜਿਹੇ ਝੁਕਾਅ ਨਾਲ ਮੈਂ ਉਹਦਾ ਧੰਨਵਾਦ ਕਰ ਦਿੱਤਾ। ਪੈਮਾਨੇ ਭਰ ਦੀ ਕੁੜੀ ਮੇਰੇ ਵੱਲ ਤੱਕਦੀ ਹੋਈ ਮੁਸਕਰਾ ਕੇ ਪੁੱਛ ਰਹੀ ਸੀ ਕਿ ਮੇਰੀ ਉਹ ਕੀ ਖਿਦਮਤ ਕਰ ਸਕਦੀ ਸੀ। ਮੈਂ ਪਤਾ ਨਹੀਂ ਕਿਵੇਂ ਅਣਗੌਲਿਆਂ ਹੀ ਕਹਿ ਬੈਠਾ, ਡਬਲ ਬਲੈਕ ਐਂਡ ਵਾਈਟ ਐਂਡ 2 ਹੈਮ ਸੈਂਡਵਿਚ ਪਲੀਜ਼। ਸ਼ਰਾਬ ਦੇ ਸੈਂਡਵਿਚਾਂ ਲੈ ਮੈਂ ਉਸ ਲੋਨਲੀ ਟੇਬਲ ਉੱਤੇ ਜਾ ਬੈਠਾ। ਅਜੇ ਇੱਕ ਘੁੱਟ ਪੀਤਾ ਸੀ ਕਿ ਡਗਦੇ ਜਦੋਂ ਮਤਲਬ ਵੀ ਸੈਂਡਵਿਚ ਲੈ ਕੇ ਫਿਰ ਮੈਂ ਬੈਠਾ ਉੱਥੇ। ਉਸ ਤੋਂ ਬਾਅਦ ਕਹਿੰਦਾ ਵੀ ਇੱਕ ਘੁੱਟ ਪੀਤਾ ਸੀ ਅਤੇ ਉੱਥੇ ਕੋਲਿਆਂ ਦੇ ਫਾਇਰ ਪਲੇਸ ਵਜੋਂ ਆਵਾਜ਼ ਆਈ ਕਿ ਇਸ ਕੋ 4 ਬੈਨ 'ਤੇ ਲਗਾਓ, ਜੇ ਗੁੰਡਾ ਹੈ। ਮੈਂ ਤਰਵ ਕੇ ਉਸ ਵੱਲ ਪਾਸੇ ਦੇਖਿਆ ਤਾਂ ਪਾਈਪ ਪੀ ਰਿਹਾ ਵੱਡੇ ਸਲੇਟੀ ਕੋਟ
ਵਾਲਾ ਤੇ ਫੀਨੀ ਟੋਪੀ ਪਹਿਨੀ ਇੱਕ ਮੋਟਾ ਡਾਢਾ ਬੁੱਢਾ ਮੂੰਹ ਚੋਂ ਥੁੱਕ ਸੁੱਟ ਕੇ ਹੱਸ ਰਿਹਾ ਸੀ। ਉਹਦੇ ਕਰੇੜੇ ਵਾਲੇ ਪੀਲੇ ਦੰਦ ਕਹਿੰਦਾ ਮੈਨੂੰ ਬੁਰੀ ਤਰ੍ਹਾਂ ਨਮਾਇਸ਼ ਕਰ ਰਹੇ ਸਨ ਤੇ ਬੋਲਦਿਆਂ ਉਸ ਨੂੰ ਖੰਘ ਆਈ। ਆਪਣੇ ਕੋਟ ਦੀ ਜੇਬ ਚੋਂ ਰੁਮਾਲ ਉਸਨੇ ਕੱਢ ਕੇ ਬਲਗਨ ਨੂੰ ਸਮੇਟਿਆ ਤੇ ਉਸ ਤੋਂ ਬਾਅਦ ਕਹਿੰਦਾ ਉਹ ਪਾਈਪ ਚੋਂ ਪੁਰਾਣਾ ਤਮਾਕੂ ਕੱਢ ਨਵਾਂ ਸੁਲਗਾਇਆ। ਨਿੱਕੇ ਸਟੂਲ ਉੱਤੇ ਪਏ 3 ਚੌਥਾਈ ਬੀਅਰ ਦੇ ਜੱਗ ਚੋਂ ਇੱਕ ਸਾਹੇ ਕਿੰਨੀ ਸਾਰੀ ਬੀਅਰ ਪੀਤੀ ਤੇ ਮੁੱਛਾਂ ਉੱਤੇ ਝੱਗ ਨੂੰ ਇੱਕ ਹੱਥ ਨਾਲ ਸਾਫ਼ ਕਰਦਿਆਂ ਉਹ ਮੇਰੇ ਕੋਲ ਆ ਗਿਆ ਤੇ ਚੰਗੀ ਉਰਦੂ ਵਿੱਚ ਗੱਲਾਂ ਕਰਨ ਲੱਗਾ। ਉਸ ਦੱਸਿਆ ਕਿ ਉਹ ਆਜ਼ਾਦੀ ਤੋਂ ਪਹਿਲਾਂ ਕਈ ਵਰ੍ਹੇ ਹਿੰਦੁਸਤਾਨ ਰਿਹਾ ਸੀ ਤੇ ਭਾਰਤੀ ਪੁਲਿਸ ਫੋਰਸ ਵਿੱਚ ਇੱਕ ਵੱਡਾ ਅਫਸਰ ਸੀ। ਆਜ਼ਾਦੀ ਮੰਗਤੇ ਲੋਗੋਂ ਕੋ ਹਮਨੇ ਖੂਬ ਪੀਟਤੇ, ਕਹਿੰਦੇ ਵੀ ਅਸੀਂ ਬਹੁਤ ਕੁੱਟਦੇ ਸੀ। ਉਹਨਾਂ ਨੂੰ ਕਹਿੰਦਾ ਅਸੀਂ ਗੁੰਡੇ ਔਰ ਬਦਮਾਸ਼ ਕਹਿੰਦੇ ਸੀ, ਲੇਕਿਨ ਭਾਈ ਹमें पता था वो करते जो ਕਰਦੇ ਉਹ ਕਹਿੰਦਾ ਉਹ ਠੀਕ ਹੀ ਸੀ ਕਿ ਉਹ ਆਪਣੇ ਰਾਈਟਸ ਮੰਗ ਰਹੇ ਸੀ, ਉਹ ਆਪਣੀ ਆਜ਼ਾਦੀ ਮੰਗ ਰਹੇ ਸੀ, ਆਪਣੇ ਅਧਿਕਾਰ ਮੰਗਦੇ ਸੀ। ਇਸ ਤੋਂ ਬਾਅਦ ਕਹਿੰਦਾ ਮੈਨੂੰ ਪਤਾ ਸੀ ਜੇ ਅਸੀਂ ਉਹਨਾਂ ਨਾਲ ਨਰਮੀ ਵਰਤਦੇ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਆਜ਼ਾਦ ਹੋ ਜਾਣਾ ਸੀ। ਤਾਂ ਸੋ ਕਹਿੰਦੇ ਵੀ ਨਰਮੀ ਜਾਂ ਸਖਤੀ ਦਾ ਜਿਹੜਾ ਇਹ ਹੈ ਵੀ ਆਖਰ ਉਹਨਾਂ ਨੂੰ ਇਹਦਾ ਝੱਲਣੀ ਪਈ ਤੇ ਆਖਰ ਸਮੇਂ ਫਿਰ ਕੀ ਹੋਇਆ ਕਿ ਦੇਸ਼ ਜਿਹੜਾ ਵੀ ਦੇਸ਼ ਦੀ ਆਪਣੀ ਆਜ਼ਾਦੀ ਦੀ ਗੱਲ ਕਰਦਾ ਕਿ ਜਦੋਂ ਦੇਸ਼ ਆਪਣਾ ਗੁਲਾਮ ਸੀ ਤਾਂ ਉੱਥੇ ਫਿਰ ਕਹਿੰਦਾ ਕਿ ਅੰਤ ਵਿੱਚ ਉਹ ਕਹਿੰਦਾ ਹੈ ਕਿ ਦੇਖ ਲਓ ਕਹਿੰਦਾ ਹਮਨੇ ਸਾਰੀ ਸਲਤਨਤ ਖੋ ਦੀ। ਫਿਰ ਕਹਿੰਦਾ ਉਹ ਬੁੱਢਾ ਜਿਹੜਾ ਉਹਦੀਆਂ ਅੱਖਾਂ ਮੋਟੀਆਂ ਅੱਖਾਂ ਦੇ ਵਿੱਚ ਪਾਣੀ ਭਰਿਆ। ਤਾਂ ਸੋ ਫਿਰ ਕਹਿੰਦਾ ਉਹ ਆਜ਼ਾਦੀ ਬਾਰੇ ਗੱਲ ਕਰਦਾ ਕਿ ਇਹਨਾਂ ਅੰਗਰੇਜ਼ਾਂ ਨੇ ਜਿਹਨਾਂ ਲੋਕਾਂ ਨੇ ਜਦੋਂ ਉਸ ਸਮੇਂ ਪੁਰਾਣੇ ਸਮੇਂ ਦੀ ਗੱਲ ਉਸ ਦੌਰਾਨ ਕਿ ਉਸ ਸਮੇਂ ਅਸੀਂ ਆਜ਼ਾਦੀ ਤੋਂ ਪਹਿਲਾਂ ਕਹਿੰਦਾ ਮੈਂ ਇੱਕ ਉੱਥੇ ਬਹੁਤ ਵੱਡਾ ਅਫਸਰ ਸੀ। ਪਰ ਕਾਊਂਟਰ ਲਾਗੇ ਕੁਝ ਲੋਕੀ ਪੱਬ ਦੇ ਗਮਣੇ ਸਮੇਤ ਕੁਝ ਥੁਰਮੁਸ ਕਰ ਰਹੇ ਸਨ ਤੇ ਮੇਰੇ ਵੱਲ ਇਸ਼ਾਰਾ ਕਰ ਰਹੇ ਸਨ। ਕੁਝ ਬੁੱਢੇ ਬੁੱਢੀਆਂ ਗੱਭਰੂ ਤੇ ਮੁਟਿਆਰਾਂ ਉਸ ਤਰ੍ਹਾਂ ਹੱਸ ਨੱਚ ਕੇ ਗਾ ਰਹੇ ਸਨ। ਡਾਟ ਬਿਲੀਅਰਡ ਤੇ ਤਾਸ਼ ਖੇਡ ਰਹੇ ਸਨ। ਕੁਝ ਦੇਰ ਪਿੱਛੋਂ ਘੁਸਰਮੁਸ ਕਰਦੇ ਲੋਕਾਂ ਚੋਂ ਇੱਕ ਮੇਰੇ ਵੱਲ ਵਧਿਆ। ਉਸਦਾ ਚਿਹਰਾ ਸੁਰਖ ਸੀ ਤੇ ਉਸਨੇ ਭਰੀਆਂ ਕੁੰਡੀਆਂ ਮੁੱਛਾਂ ਰੱਖੀਆਂ ਹੋਈਆਂ ਸਨ ਜਿਹੜੀਆਂ ਉਹਦੇ ਭਾਰੇ ਚਿਹਰੇ ਉੱਤੇ ਬੜੀਆਂ ਫਬਰੀਆਂ ਸਨ। ਉਸਨੇ ਸਮੁੰਦਰੀ ਮੁਲਾਹਾਂ ਵਾਲੇ ਕੱਪੜੇ ਪਾਏ ਹੋਏ ਸਨ। ਉਹਦੀਆਂ ਅੱਖਾਂ ਵਿੱਚ ਸ਼ੱਕ ਅਤੇ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਫਿਰ ਵੀ ਉਸ ਬੜੀ ਹਲੀਮੀ ਨਾਲ ਕਿਹਾ ਮਾਫ਼ ਕਰਨਾ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਬੁਰਾ ਤਾਂ ਨਹੀਂ ਮੰਨੋਗੇ। ਬਿਲਕੁਲ ਨਹੀਂ, ਮੈਂ ਕਿ ਅੱਗੋਂ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ। ਇੱਕੋ ਇੱਥੇ ਜ਼ਿਕਰ ਵੀ ਕਰਦਾ ਕਿ ਉੱਥੇ ਗੋਰੇ ਅਤੇ ਕਾਲੇ ਦਾ ਵੀ ਥੋੜ੍ਹਾ ਕਾਫੀ ਮਤਲਬ ਮਤਭੇਦ ਸਮਝਿਆ ਜਾਂਦਾ ਜਿਵੇਂ ਆਪਣੇ ਇੱਥੇ ਜਾਤੀਵਾਦ ਸਮਝ ਲਓ ਉਸੇ ਤਰ੍ਹਾਂ ਦਾ ਸੇਮ। ਮੈਂ ਇੱਕ ਭਾਰਤੀ ਆਵਾਸੀ ਹਾਂ ਤੇ ਕਹਿੰਦਾ ਇੱਥੋਂ ਮੈਂ 30-35 ਮੀਲ ਦੂਰ ਇੱਕ ਚੈਖ ਸ਼ਹਿਰ ਦੇ ਵਿੱਚ ਪਿਛਲੇ 7 ਵਰ੍ਹਿਆਂ ਤੋਂ ਰਹਿੰਦਾ ਹਾਂ। ਇੱਥੇ ਕਹਿੰਦੇ ਇਸੇ ਵੇਲੇ ਤੇ ਇਹੋ ਜਿਹੇ ਮੌਸਮ 'ਚ ਕੀ ਕਰ ਰਹੇ ਹੋ? ਅਸੀਂ ਤਾਂ ਕਦੀ ਕਹਿੰਦੇ ਇੱਥੋਂ 25-30 ਮੀਲ ਦੇ ਇਲਾਕੇ ਤੱਕ ਕੋਈ ਕਾਲਾ ਆਦਮੀ ਨਹੀਂ ਤੱਕਿਆ। ਉਹਦੀਆਂ ਅੱਖਾਂ 'ਚ ਲਾਲੀ ਭਾ ਲਿਸ਼ਕ ਆਈ ਸੀ। ਹਥਲੇ ਗਲਾਸ ਦੀ ਸਾਰੀ ਬੀਅਰ ਉਹ ਇੱਕੋ ਡਿੱਗ ਵਿੱਚ ਪੀ ਕੇ ਮੇਰੇ ਉੱਤਰੋਂ ਡਿੱਗਣਾ। ਜਦੋਂ ਮੈਂ ਉਸਨੂੰ ਸਾਰੀ ਵਿਥਿਆ ਸੁਣਾਈ ਤਾਂ ਉਹ ਝੱਟ ਆਪਣੇ ਸਾਥੀਆਂ ਕੋਲ ਗਿਆ ਤੇ ਝੱਟ ਹੀ ਮੁੜ ਆਇਆ ਤੇ ਆਖਣ ਲੱਗਾ ਸਾਨੂੰ ਕੀ ਸਬੂਤ ਹੈ ਕਿ ਤੂੰ ਇੰਗਲੈਂਡ ਵਿੱਚ ਰਹਿੰਦਾ ਤੈਨੂੰ ਕਈ ਸਾਲ ਹੋ ਗਏ ਤੇ ਤੁਹਾਡੀ ਕਾਰ ਵੀ ਸੜਕ ਉੱਤੇ ਖਰਾਬ ਹੋਈ ਖੜੀ ਹੈ। ਆਪਣਾ ਡਰਾਈਵਿੰਗ ਲਾਇਸੈਂਸ ਕੱਢ ਕੇ ਮੈਂ ਕਹਿੰਦਾ ਜਦੋਂ ਉਹਦੇ ਹੱਥ ਫੜਾਇਆ ਤਾਂ ਸ਼ਾਇਦ ਉਹ ਮੇਰੀਆਂ ਹੈਰਾਨੀ ਨਾਲ ਕੌੜੀਆਂ ਹੋਈਆਂ ਅੱਖਾਂ ਨੂੰ ਉਹ ਦੇਖ ਕੇ ਉਹ ਸੱਚ ਲੱਭ ਰਿਹਾ ਸੀ। ਉਸਦੇ ਮੂੰਹ ਉੱਤੇ ਇੱਕ ਦਾ ਮੁਸਕਾਨ ਆਈ ਤੇ ਆਖਣ ਲੱਗਾ ਤੁਹਾਡਾ ਦਿਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਪਿਛਲੇ ਸਾਲ ਇਹੋ ਜਿਹੇ ਮੌਸਮ ਵਿੱਚ ਸਾਡੇ ਪਿੰਡ ਨੂੰ ਲੱਗਦੇ ਸਮੁੰਦਰ ਕੰਢੋਂ ਕਹਿੰਦੇ ਇੱਕ ਚਿੱਟੀ ਕਿਸ਼ਤੀ ਵਿੱਚੋਂ 8 ਪਾਕਿਸਤਾਨੀ ਉਤਰੇ ਤੇ ਹਨੇਰੇ ਵਿੱਚ ਅਲੋਪ ਹੋ ਗਏ। ਅਸਾਂ ਵੀ ਗੱਲ ਨਾ ਗੌਲੀ। ਦੂਜੇ ਦਿਨ ਟੈਲੀਵਿਜ਼ਨ ਜਿਵੇਂ ਉਹਨੇ ਗੱਲ ਕੀਤੀ ਕਹਿੰਦੇ ਪਿਛਲੇ ਸਾਲ ਵੀ ਇਸ ਮੌਸਮ ਦੇ ਵਿੱਚ ਕਹਿੰਦੇ ਸਾਡੇ ਪਿੰਡ ਦੇ ਨਾਲ ਜਿਹੜਾ ਸਮੁੰਦਰ ਦਾ ਲੱਗਦਾ ਕੰਢੇ ਵਿੱਚ ਇੱਕ ਚਿੱਟੀ ਕਿਸ਼ਤੀ ਵਿੱਚ 8 ਪਾਕਿਸਤਾਨੀ ਉਤਰੇ ਤੇ ਹਨੇਰੇ ਵਿੱਚ ਅਲੋਪ ਹੋ ਗਏ। ਅਸੀਂ ਕਹਿੰਦੇ ਫਿਰ ਅਗਲੇ ਦਿਨ ਅਸੀਂ ਉਹ ਦੂਜੇ ਦਿਨ ਟੀਵੀ ਰਾਹੀਂ ਸਾਨੂੰ ਪਤਾ ਲੱਗਿਆ ਕਿ 8 ਜਣੇ ਉਹ ਲੰਡਨ 'ਚ ਜਾ ਕੇ ਫੜੇ ਗਏ। ਗੈਰ ਕਾਨੂੰਨੀ ਤੌਰ ਉੱਤੇ ਕਹਿੰਦਾ ਉਹ ਆਸਟੈਂਡ ਬੈਲਜੀਅਮ ਤੋਂ ਕਹਿੰਦਾ ਕਿਸੇ ਅੰਗਰੇਜ਼ ਪੱਤੇਬਾਜ਼ ਰਾਹੀਂ ਇਸ ਦੇਸ਼ ਵਿੱਚ ਆ ਵੜੇ ਸਨ। ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਦੇਸ਼ ਧਰੋਹੀ ਸਿਰਫ ਕਹਿੰਦੇ ਜਿਵੇਂ ਆਪਣੇ ਆਪਾਂ ਕਹਿੰਦੇ ਕਿ ਇੰਡੀਆ ਦੇ ਵਿੱਚ ਕਈ ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਦੇਸ਼ ਧਰੋਹ ਦੇ ਵਿੱਚ, ਇਸ ਤਰ੍ਹਾਂ ਉੱਥੇ ਇਹ ਵੀ ਚੀਜ਼ ਹੈ ਕਿ ਉੱਥੇ ਵੀ ਲੋਕ ਜਿਹੜੇ ਪੈਸੇ ਦੀ ਲਾਲਚ ਵਿੱਚ ਗਲਤ ਕੰਮ ਕਰਦੇ ਨੇ। ਇੱਕ ਬੰਨੇ ਇਹ ਵੀ ਜ਼ਿਕਰ ਕਰਦਾ ਉਹ ਉਦੋਂ ਤੋਂ ਅਸੀਂ ਸੁਚੇਤ ਹੋ ਗਏ ਹਾਂ। ਪੁਲਿਸ ਦਾ ਸਹਿਯੋਗ ਦੇਣਾ ਅਸੀਂ ਆਪਣੀ ਸ਼ਹਿਰੀ ਫਰਜ਼ ਸਮਝਦੇ ਹਾਂ। ਨਿਸੰਦੇਹ ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਪਹਿਲੇ ਰੰਗਦਾਰ ਮਨੁੱਖ ਹੋ ਜਿਹਨੂੰ ਅਸੀਂ ਆਪਣੇ ਪਿੰਡ 'ਚ ਅਚਾਨਕ ਵੇਖਿਆ ਹੈ। ਸਾਨੂੰ ਤੁਹਾਡੇ ਸੱਚੇ ਹੋਣ ਉੱਤੇ ਹੁਣ ਕੋਈ ਸ਼ੱਕ ਨਹੀਂ ਹੈ। ਸਾਨੂੰ ਮਾਫ਼ ਕਰ ਦੇਣਾ। ਫਿਰ ਉਹਨਾਂ ਨੇ ਜਦੋਂ ਇਹ ਗੱਲ ਕਹੀ ਉਸ ਤੋਂ ਬਾਅਦ ਕਹਿੰਦੇ ਪਰਾਂ ਕਾਊਂਟਰ ਲਾਗੇ ਖੜੋਤੇ ਬਾਕੀ ਲੋਕ ਵੀ ਸ਼ਾਇਦ ਸਭ ਕੁਝ ਸਮਝ ਗਏ ਸਨ। ਫਿਰ ਇਸ ਤੋਂ ਅੱਗੇ ਉਹ ਦੱਸਦੇ ਨੇ ਕਿ ਜਿਹੜਾ ਪੱਬ ਦੇ ਗਮਣੇ ਨੇ ਮੇਰੇ ਲਈ ਆਪਣੇ ਵੱਲੋਂ ਇੱਕ ਬੀਅਰ ਦਾ ਗਲਾਸ ਭਰਿਆ ਤੇ ਅਸਾਂ ਸਭ ਨੇ ਹੱਸਦਿਆਂ ਹੋਇਆਂ ਗਲਾਸ ਉਤਾਂਹ ਚੁੱਕੇ ਤੇ ਲੋਨਲੀ ਟੇਬਲ ਜਸਟ ਫਾਰ ਵਨ ਰਿਕਾਰਡ ਵਜਾਉਣ ਵਾਲੀ ਕੁੜੀ ਨੇ ਮੁਸਕਰਾਉਂਦਿਆਂ ਹੋਇਆਂ ਸੁਰਖ ਸਾਊਥ ਅਫਰੀਕਨ ਸ਼ੈਲੀ ਦਾ ਪੈਮਾਨਾ ਮੇਰੇ ਗਲਾਸ ਨਾਲ ਟਕਰਾਉਂਦਿਆਂ ਆਖਿਆ ਦੋਸਤੀ ਦੇ ਨਾਂ
ਉਹਨਾਂ ਸਭ ਦੀਆਂ ਅੱਖਾਂ 'ਚ ਸੱਚਮੁੱਚ ਹੁਣ ਮੈਨੂੰ ਦੋਸਤੀ ਲਿਸ਼ਕਦੀ ਦਿਖਾਈ ਦੇ ਰਹੀ ਸੀ। ਇਸੇ ਤੇ ਇਸ ਦਾ ਜਿਹੜਾ ਨਾਮ ਹੈ ਇਸ ਨਿਬੰਧ ਦਾ, ਕਿ ਜਿਹੜੀ ਇੱਕ ਮਤਲਬ ਅਜਨਬੀ ਬੰਦੇ ਦੇ ਨਾਲ ਦੋਸਤੀ, ਜਿਹੜੇ ਜਾਣਦੇ ਨਹੀਂ ਸੀ, ਜਿਹਨਾਂ ਨੂੰ ਕਦੇ ਮਿਲੇ ਨਹੀਂ ਸੀ, ਜਿਹਨਾਂ ਨੂੰ ਸ਼ਾਇਦ ਕਦੇ ਉਹਨਾਂ ਨੇ ਮਿਲਣਾ ਨਹੀਂ ਸੀਗਾ, ਇਸ ਤਰ੍ਹਾਂ ਦੀ ਉਹਨਾਂ ਦੇ ਵਿੱਚ ਸੱਚੀ ਭਾਵਨਾ ਹੈ। ਕਿਉਂਕਿ ਓਨੈਸਟੀ ਜਿਹੜੀ ਹੈਗੀ ਆ, ਉਹ ਆਪਾਂ ਦੁਨੀਆ 'ਚ ਕਿਤੇ ਵੀ ਚਲਾਂ ਜਾਵਾਂ, ਜੇ ਤੁਸੀਂ ਇਮਾਨਦਾਰ ਹੋ, ਸੱਚੇ ਆ, ਤਾਂ ਤੁਹਾਨੂੰ ਕੋਈ ਖਤਰਾ ਨਹੀਂ। ਜੇ ਤੁਸੀਂ ਮਤਲਬ ਕਿਸੇ ਗਲਤ ਤਰੀਕੇ ਦੇ ਨਾਲ, ਗਲਤ ਤਰੀਕੇ ਨਾਲ ਜਾਓਗੇ, ਕਿਸੇ ਦੇਸ਼ 'ਚ ਜਾਓਗੇ, ਕਿਵੇਂ ਜਾਓਗੇ, ਤਾਂ ਇਹ ਵੀ ਇਹਦੇ ਵੱਲ ਵੀ ਸਾਥੀ ਲੁਧਿਆਣਵੀ ਦੱਸਦੇ ਕਿ ਉਹ ਤੁਹਾਨੂੰ ਪਰੇਸ਼ਾਨੀ ਦਾ ਮਤਲਬ ਸਾਹਮਣਾ ਕਰਨਾ ਪਏਗਾ, ਔਰ ਉਹਦਾ ਕੋਈ ਹੱਲ ਕੱਢਣਾ ਸੌਖਾ ਨਹੀਂ ਹੁੰਦਾ। ਤੇ ਇਹਦੇ ਵੱਲ ਵੀ ਇਸ਼ਾਰਾ ਕਰਦੇ ਆ। ਬਾਅਦ ਵਿੱਚ ਕਹਿੰਦਾ, ਦੋ ਗੱਭਰੂ ਜਿਨ੍ਹਾਂ ਵਿੱਚੋਂ ਇੱਕ ਕੋਲ ਉਸਦੇ ਘਰ ਵਾਧੂ ਫੈਨ ਬੈਲਟ ਸੀ, ਵੱਡੀਆਂ ਬੈਟਰੀਆਂ ਹੱਥਾਂ ਵਿੱਚ ਫੜੀ ਮੇਰੇ ਨਾਲ ਹੋ ਤੁਰੇ। ਨਵੀਂ ਬੈਲਟ ਪਾ ਕੇ ਤੇ ਆਪਣੇ ਚੌੜਿਆਂ ਹੱਥਾਂ ਨਾਲ ਕਾਰ ਦੇ ਪਹੀਆਂ ਅਗਾਂਹ ਬਰਫ਼ ਹਟਾ ਮੈਨੂੰ ਹੱਸਦਿਆਂ ਅਲਵਿਦਾ ਆਖੀ। ਕਾਰ ਆਪਣੀ ਚਾਲੇ ਹੌਲੀ ਹੌਲੀ ਬਰਫ਼ ਨੂੰ ਮਿੱਧਦੀ ਹੋਈ ਅੱਗੇ ਤੁਰ ਪਈ। ਤੇ ਹੁਣ ਕਹਿੰਦਾ ਕਾਰ ਦੇ ਰੇਡੀਏਟਰ ਦੇ ਤੇਲ ਤੇ ਸੜਨ ਦੀ ਬੂ ਨਹੀਂ ਸੀ ਆ ਰਹੀ। ਪੱਬ 'ਚੋਂ ਦੋਸਤੀ ਦੇ ਪੀਤੇ ਜਾਮ ਦੀ ਮਹਿਕ ਆ ਰਹੀ ਸੀ। ਚਿੱਟੇ ਦੁੱਧ ਹੋਏ ਚੁਗਿਰਦੇ ਨੂੰ ਤੱਕ ਕੇ ਮੈਨੂੰ ਲੱਗਿਆ ਜਿਵੇਂ ਸੱਚਮੁੱਚ ਮੈਨੂੰ ਕੋਈ ਕਵਿਤਾ ਫੁਰ ਰਹੀ ਹੋਵੇ। ਤਾਂ ਫਿਰ ਉਹ ਦੱਸਦਾ ਕਿ ਵਾਕਈ ਮੈਨੂੰ ਇੰਝ ਲੱਗਿਆ ਕਿ ਉਹ ਇੱਕ ਮਤਲਬ ਸੱਚੀ ਦੋਸਤੀ ਦੀ ਘਟਨਾ ਦੱਸਦਾ ਕਿ ਉੱਥੋਂ ਦੇ ਲੋਕਾਂ ਨੇ ਅਜਨਬੀ ਬੰਦੇ ਨਾਲ ਇੱਕ ਦੋਸਤੀ ਬਣਾਈ। ਇਹਦੇ ਵਿੱਚ ਮੁੱਖ ਗੱਲ ਇਹੀ ਦੱਸਣਾ ਚਾਹੁੰਦਾ ਕਿ ਪਹਿਲੀ ਚੀਜ਼ ਤਾਂ ਆਪਣੀ ਦੱਸਦਾ ਕਿ ਉੱਥੋਂ ਦੇ ਜਿਹੜੇ ਲੋਕ ਕਿੱਦਾਂ ਦੇ ਨੇ, ਉੱਥੋਂ ਦਾ ਵਾਤਾਵਰਨ ਜਿਹੜਾ ਹੈਗਾ ਬਰਫੀਲਾ ਜਾਂ ਉਸ ਮੌਸਮ ਦੇ ਵਿੱਚ ਕਿੰਨਾ ਨਿਕਲਣਾ ਉੱਥੇ ਘਾਤਕ ਹੈ ਜਾਣਾ। ਦੂਸਰੀ ਚੀਜ਼ ਇੱਥੇ ਇਹ ਵੀ ਦੱਸਦਾ ਹੈ ਕਿ ਉੱਥੋਂ ਦੇ ਲੋਕ ਆਪਣੀ ਗੱਲ ਦੀ ਪਹਿਲਾਂ ਪੁਸ਼ਟੀ ਕਰਦੇ ਨੇ, ਬਾਕੀ ਜਦੋਂ ਵੀ ਇਹ ਬਾਕੀ ਕਿਸ ਤਰੀਕੇ ਨਾਲ ਬੰਦਾ ਇਹ ਹੈ। ਵੈਸੇ ਵੀ ਆਪਾਂ ਵੀ ਜਿਹੜੀ ਇੱਥੇ ਕਿਸੇ ਅਜਨਬੀ ਨੂੰ ਮਿਲਾਂਗੇ, ਆਪਾਂ ਪੁੱਛਾਂਗੇ ਕੌਣ ਆ, ਕਿੱਥੋਂ, ਕਿਵੇਂ ਹੈ। ਤਾਂ ਇਸ ਦੇ ਨਾਲ ਨਾਲ ਇਹ ਵੀ ਦੱਸਦਾ ਕਿ ਉੱਥੇ ਜਿਹੜੇ ਜਿਹੜਾ ਵੀ ਇੱਕ ਵਿਤਕਰਾ ਵੀ ਹੈ, ਆਪਾਂ ਕਹਿ ਦਈਏ ਵੀ ਜਿਹੜਾ ਗੋਰੇ ਕਾਲਿਆਂ ਦਾ ਵਿਤਕਰਾ ਵੀ ਹੈ। ਔਰ ਇਸ ਦੇ ਨਾਲ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਬੇਢੰਗੇ ਨਾਲ ਜਾਂ ਗਲਤ ਤਰੀਕੇ ਨਾਲ, ਜਿਵੇਂ ਉਹਨੇ ਪਾਕਿਸਤਾਨੀ ਮੁੰਡੇ ਦੀ ਗੱਲ ਕੀਤੀ, ਬਾਹਰ ਜਾਂਦੇ ਨੇ ਅਤੇ ਉਹ ਬੰਦੇ ਫੜੇ ਜਾਂਦੇ ਨੇ, ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ। ਅਤੇ ਸਾਨੂੰ ਸੱਚੇ ਜੇ ਆਪਾਂ ਤੌਰ 'ਤੇ ਜਾਂਦੇ ਹਾਂ, ਵਧੀਆ ਤਰੀਕੇ ਨਾਲ ਜਾਂਦੇ ਹਾਂ, ਤਾਂ ਆਪਾਂ ਵਿਦੇਸ਼ ਜਾਂਦੇ ਹਾਂ ਤਾਂ ਆਪਣਾ ਮਾਣ ਸਤਿਕਾਰ ਵੀ ਹੋਊਗਾ, ਇੱਜ਼ਤ ਵੀ ਹੋਊਗੀ। ਸੋ ਆਪਾਂ ਨੂੰ ਗਲਤ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ। ਤਾਂ ਇਨਸਾਨੀਅਤ ਜਿਹੜੀ ਹੈ, ਕਿਉਂਕਿ ਸਭ ਦੇ ਦਿਲਾਂ ਵਿੱਚ ਕਹਿੰਦੇ, ਸਭ ਦੇ ਦਿਲਾਂ ਵਿੱਚ ਸਭ ਦੇ ਜਿੰਨੇ ਵੀ ਮਨੁੱਖ ਨੇ ਦੁਨੀਆ ਦੇ, ਸਭ ਦੇ ਅੰਦਰ ਜਿਹੜੇ ਸਰੀਰ ਦੇ ਅੰਦਰ ਹੈ, ਪੰਜ ਤੱਤ ਦੇ ਪੁਤਲੇ ਅੰਦਰ ਇਹ ਦਿਲ ਧੜਕਦਾ ਹੈ, ਔਰ ਉਹ ਹਮੇਸ਼ਾ ਹੀ ਪਿਆਰ ਕਰਦਾ ਹੈ, ਸਤਿਕਾਰ ਕਰਦਾ ਹੈ। ਇਸ ਤਰ੍ਹਾਂ ਦੀਆਂ ਹੀ ਭਾਵਨਾ ਉਹ ਇਹਦੇ ਵਿੱਚ ਉਜਾਗਰ ਕਰਦੇ ਨੇ ਆਪਣੇ ਮਨ ਵਿੱਚ। ਉਹਨਾਂ ਦੇ ਸਮੁੰਦਰੋਂ ਪਾਰ ਵਿੱਚੋਂ ਇਹ ਉਹਨਾਂ ਦਾ ਇਹ ਨਿਬੰਧ ਹੈ ਸਾਥੀ ਲੁਧਿਆਣਵੀ ਦਾ। ਤਾਂ ਸੋ ਮੇਰੀ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਇਸ ਨੂੰ ਵਾਰ-ਵਾਰ ਸੁਣੋ ਔਰ ਪੜ੍ਹੋ, ਇਸ ਦਾ ਸਾਰ ਯਾਦ ਕਰ ਲਓ। ਉਸ ਤੋਂ ਬਾਅਦ ਵਿਸ਼ਾ ਵਸਤੂ ਕਰਕੇ ਇਹਦੇ ਛੋਟੇ ਪ੍ਰਸ਼ਨ ਨੂੰ ਆਪਾਂ ਤਿਆਰ ਕਰਾਂਗੇ, ਤਾਂ ਜੋ ਕਿ ਪੇਪਰ ਦੇ ਪੱਖ ਤੋਂ ਆਪਣੀ ਪੂਰੀ ਤਿਆਰੀ ਹੋ ਸਕੇ। ਤਾਂ ਸੋ ਇਹਦੇ ਨਾਲ ਹੀ ਅੱਜ ਦਾ ਲੈਕਚਰ ਆਪਣਾ ਖਤਮ ਹੁੰਦਾ ਹੈ, ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।